अंडा फैलाए थे या फिर मुर्गी? अपनी माँ से पूछना। पहले माँ आई कि पापा आए आपके पिताजी? मम्मी आई होंगी। हाँ, पहले इस धरती पर स्त्री आई है। ਪਹਿਲੀ ਗੱਲ ਬੱਚੇ ਸਰ ਨੂੰ ਪੁੱਛ ਕਿਉਂ ਰਹੇ ਨੇ, ਦੂਜੀ ਗੱਲ ਸਰ ਦੱਸ ਕਿਉਂ ਰਹੇ ਨੇ, ਤੇ ਆਖਰੀ ਗੱਲ ਸਰ ਜੋ ਦੱਸ ਰਹੇ ਨੇ ਉਹ ਵੀ ਗਲਤ ਦੱਸ ਰਹੇ ਨੇ। इसलिए पहले स्त्री आई तो इस संसार की प्रत्येक स्त्री, मुर्गी भी मादा है, मुर्गी आई तो जो स्त्री है वो पहले आई, तो मुर्गी पहले आई, अंडा। ਦੁਨੀਆ ਦੀ ਸਭ ਤੋਂ ਅਣਸੁਲਝੀ ਪਹੇਲੀ ਕਿ ਮੁਰਗੀ ਪਹਿਲਾਂ ਆਈ ਜਾਂ ਅੰਡਾ। ਜੇ ਅੰਡੇ ਦੀ ਗੱਲ ਕਰੀਏ ਤਾਂ ਸਾਨੂੰ ਅੱਜ ਮਿਲੀਅਨ ਈਅਰਸ ਪਹਿਲਾਂ ਤੋਂ ਸ਼ੈਲਡ ਐਗਸ ਦੇ ਫੋਸਿਲਸ ਮਿਲੇ ਨੇ, ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਅੰਡਾ ਪਹਿਲਾਂ ਆਇਆ। ਪਰ ਜੇ ਮੁਰਗੀ ਦੀ ਗੱਲ ਕਰੀਏ ਤਾਂ ਮੁਰਗੀ ਤੋਂ ਬਾਇਓਲੋਜੀਕਲ ਟਰਮਸ ਵਿੱਚ ਕਿਹਾ ਜਾਂਦਾ ਹੈ ਗੈਲਸ ਗੈਲਸ ਡੋਮੈਸਟਿਕਸ। ਮੁਰਗੀ ਓਰੀਜਿਨੇਟ ਹੋਈ ਹੈ ਇੱਕ ਜੰਗਲੀ ਸਪੀਸੀਸ ਤੋਂ ਜਿਸ ਨੂੰ ਕਿਹਾ ਜਾਂਦਾ ਹੈ ਗੈਲਸ ਗੈਲਸ, ਉਹ ਵੀ 50 ਮਿਲੀਅਨਸ ਈਅਰਸ ਪਹਿਲਾਂ। ਇੰਨੇ ਲੰਬੇ ਟਾਈਮ ਤੋਂ ਅੰਡੇ ਵਿੱਚ ਇੰਨੇ ਜੈਨੇਟਿਕ ਡਿਫਰੈਂਸਿਸ ਆ ਗਏ ਨੇ ਕਿ ਅੰਡੇ ਨੂੰ ਨੈਕਸਟ ਲੈਵਲ ਸਪੀਸੀਜ਼ ਕਿਹਾ ਜਾ ਸਕਦਾ ਹੈ। ਤਾਂ ਇਸ ਕੇਸ ਵਿੱਚ ਮੁਰਗੀ ਪਹਿਲਾਂ ਆਈ। ਇਸ ਕੇਸ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਵਾਲ ਕਿਸ ਕੰਟੈਕਸਟ ਵਿੱਚ ਪੁੱਛਿਆ ਗਿਆ ਹੈ, ਮੁਰਗੀ ਦੇ ਜਾਂ ਅੰਡੇ ਦੇ। ਉਸ ਲੈਵਲ ਤੇ ਇਸ ਨੂੰ ਐਕਸਪਲੇਨ ਕੀਤਾ ਜਾ ਸਕਦਾ ਹੈ। लॉजिकल बात हुई कि किसी के ऊपर सेब गिरा, उसके दिमाग में सारी कैलकुलेशन हो, मैं अपने ऊपर पत्थर डाल लेती हूँ, अगर सारी कैलकुलेशन ऐसे हो जाती तो कुछ नहीं होता है। आपने प्रयास भी नहीं करा ये जानने के कि 1200 वर्ष पहले ही हमारे भास्कर आचार्य जी इस बारे में बता चुके हैं। किसके बारे में? लॉ ऑफ ग्रेविटी के बारे में। वो बताते हैं कि इस पृथ्वी में एक ऐसा गुरुत्व है, यदि हम गेंद को ऊपर फेंकते हैं तो ये पृथ्वी अपनी तरफ उस गेंद को खींचेगी। कहा था ये बल जो है ना, इसका नाम गुरुत्वाकर्षण है। ये महर्षि भास्कर आचार्य जी बहुत पहले बता चुके थे, और उससे पहले थी महर्षि कणाद। वैशेषिक ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਨਿਊਟਨ ਦੇ ਸਿਰ ਤੇ ਐਪਲ ਡਿੱਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਦੁਨੀਆ ਦੀ ਸਭ ਤੋਂ ਬਿਹਤਰੀਨ ਥਿਊਰੀ ਦਿੱਤੀ। ਇਹ ਸਭ ਕਹਾਣੀਆਂ ਨੇ, ਅਰਬਨ ਲੀਜੈਂਡਸ ਨੇ। ਨਿਊਟਨ ਦੇ ਕ੍ਰੈਡਿਟ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ ਬਿਹਤਰੀਨ ਸਾਇੰਟਿਸਟ ਦਿੱਤੇ ਨੇ, ਭਾਵੇਂ ਗੱਲ ਕਰੀਏ ਆਰਿਆ ਭੱਟਾ ਦੀ, ਭਾਵੇਂ ਗੱਲ ਕਰੀਏ ਅਬਦੁਲ ਕਲਾਮ ਸਰ ਦੀ। ਜਿਸ ਮਹਾਰਿਸ਼ੀ ਕਨਾਡ ਦੀ ਮੈਮ ਗੱਲ ਕਰ ਰਹੇ ਨੇ, ਉਹਨਾਂ ਨੇ ਤਾਂ ਸਿਰਫ ਆਬਜ਼ਰਵ ਕੀਤਾ ਸੀ ਕਿ ਧਰਤੀ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ, ਪਰ ਮੈਥਮੈਟੀਕਲ ਕੈਲਕੂਲੇਸ਼ਨ ਤੇ ਮੈਥਮੈਟੀਕਲ ਇਕੁਏਸ਼ਨਸ ਦਿੱਤੀਆਂ ਨਿਊਟਨ ਸਰ ਨੇ। ਨਾ ਸਿਰਫ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀਆਂ, ਥਿਊਰੀ ਆਫ ਗ੍ਰੈਵਿਟੀ ਦਿੱਤੀ, ਬਲਕਿ ਪੂਰੇ ਦਾ ਪੂਰਾ ਮੈਥਮੈਟੀਕਲ कैलकुलस इजाद करके रख देता। कब बता दिया था उन्होंने? डाल्टन ने कितने वर्ष पहले बता दिया था महर्षि कणाद। रिसेंटली मैंने अपनी एक वीडियो में बताया था कि इंग्लैंड की प्रसिद्ध मैनचेस्टर यूनिवर्सिटी ने सिर्फ क्लेम नहीं कंफर्म कर दिया कि आइजैक न्यूटन ने कैलकुलस और ग्रेविटी की थ्योरी भारतीय किताबों से कॉपी की है, और ये सब उन्होंने अपनी ऑफिशियल वेबसाइट पर डाल रखा है। आप इस वेबसाइट पर जाके मैनचेस्टर यूनिवर्सिटी ने किते भी क्लेम नहीं किया कि सर आइजैक न्यूटन ने अपनी थ्योरी की तो कॉपी की है। जब हमने और डीप रिसर्च करी न्यूटन की थ्योरीज पे तो हमें ऐसा कुछ मिला जिसे जानकर आप हैरान हो जाओगे। न्यूटन के 3 लॉज ऑफ मोशन हम पढ़ते हैं, लेकिन यही 3 लॉज ऑफ मोशन इसी वैशेषिक सूत्र में पहले से मेंशन्ड है। लॉ नंबर 1, वेगनिमित्त विशेषता कर्मणो जयते। तो यहाँ न्यूटन एग्जैक्टली सेम चीज लिखते हैं, एवरी ऑब्जेक्ट मूव्स इन अ स्ट्रेट लाइन अनलेस एक्टेड अपॉन बाय अ फोर्स। और यहाँ पे भी न्यूटन ने जस्ट संस्कृत का इंग्लिश किया है, और ये ऐसा नहीं कि हमने इसको खोजा है। अमेरिकन जर्नल ऑफ इंजीनियरिंग रिसर्च AGER ने ऑफिशियली इसको 2020 में अपनी ऑफिशियल रिसर्च पेपर में इसको छापा है। सर वीडियो ਵਿੱਚ ਜੋ ਕਲੇਮ ਕਰ ਰਹੇ ਹਨ ਸਰ ਨੂੰ ਚਾਹੀਦਾ ਹੈ, ਤੇ ਜੋ ਰਿਸਰਚ ਇਸ ਵਿੱਚ ਦੇ ਰਹੇ ਨੇ ਵੀਡੀਓ 'ਚ, ਤੇ ਉਸ ਨੂੰ ਸਰ ਨੂੰ ਚਾਹੀਦਾ ਹੈ ਕਿ ਉਸ ਨੂੰ ਖੁਦ ਜ਼ਰੂਰ ਪੜ੍ਹ ਲੈਣ। ਜਿਸ ਅਮਰੀਕਨ ਜਰਨਲ ऑफिशियल ਵੈਬਸਾਈਟ ਦਾ ਸਰ ਜ਼ਿਕਰ ਕਰ ਰਹੇ ਨੇ, ਉਹ ਇੱਕ ਨੌਨ ਪੀਅਰਡ ਰਿਵਿਊਡ ਵੈਬਸਾਈਟ ਹੈ, ਜਿਸ ਨੂੰ ਕੋਈ ਵੀ ਆਰਗੇਨਾਈਜੇਸ਼ਨ ਵੈਰੀਫਾਈ ਨਹੀਂ ਕਰਦੀ ਤੇ ਫੈਕਟ ਚੈੱਕ ਨਹੀਂ ਕਰਦੀ। ਤੇ ਸਰ ਜਿਸ ਆਰਟੀਕਲ ਦਾ ਜ਼ਿਕਰ ਕਰ ਰਹੇ ਨੇ, ਉਹ ਲਿਖਿਆ ਹੈ ਇੱਕ ਸੈਕੰਡ ਈਅਰ ਦੇ ਮਕੈਨੀਕਲ ਇੰਜੀਨੀਅਰ ਸਟੂਡੈਂਟ ਨੇ। ਨੌਨ ਪੀਅਰਡ ਰਿਵਿਊਡ ਵੈਬਸਾਈਟਸ ਉਹ ਵੈਬਸਾਈਟ ਹੁੰਦੀਆਂ ਨੇ ਜਿਸ ਵਿੱਚ ਪੈਸਾ ਦੇ ਕੇ ਕੋਈ ਵੀ ਸਟੱਡੀ ਪਬਲਿਸ਼ ਕੀਤੀ ਜਾ ਸਕਦੀ ਹੈ। ਤਾਂ ਸਰ ਨੂੰ ਚਾਹੀਦਾ ਹੈ ਕਿ ਜਦੋਂ ਵੀ ਵੀਡੀਓ ਵਿੱਚ ਕੋਈ ਰਿਸਰਚ ਪੇਪਰ ਪਬਲਿਸ਼ ਕਰਨ ਤਾਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਪੜ੍ਹ ਲੈਣ, ਉਹ ਜ਼ਿਆਦਾ ਵਧੀਆ ਹੈ। ਤਾਂ ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ। ਸਟੇ ਟਿਊਨ।